ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਨਸ਼ੇ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਮਿਲੀ ਕਾਮਯਾਬੀ, $300 ਮਿਲੀਅਨ ਦਾ ਨਸ਼ਾ ਬਰਾਮਦ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਐਲਾਨ, ਨਵੇਂ ਪ੍ਰੋਗਰਾਮ ਦੀ ਕੀਤੀ ਜਾ ਰਹੀ ਹੈ ਸ਼ੁਰੂਆਤ। ਜਗਮੀਤ ਸਿੰਘ ਦਾ ਟਰੱਕ ਹੋਇਆ ਖਰਾਬ, ਟਰੱਕ ਦਾ ਰਸਤੇ ਦੇ ਵਿੱਚ ਉਤਰਿਆ ਟਾਇਰ। ਅੱਜ ਹੋਵੇਗੀ ਚੋਣਾਂ ਸੰਬੰਧੀ ਪਹਿਲੀ ਡਿਬੇਟ, ਲੀਡਰ ਨਜ਼ਰ ਆਉਣਗੇ ਆਮੋ ਸਾਹਮਣੇ। ਜਾਣੋ ਕੀ ਹਨ ਪਾਰਟੀਆਂ ਦੀ ਸਥਿਤੀ, ਤਾਜ਼ਾ ਪੋਲ ਆਇਆ ਸਾਹਮਣੇ। ਓਨਟਾਰੀਓ ਦੇ ਵਿੱਚ ਵਧੀ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ, ਸੂਬੇ ਦੇ ਵੈਕਸੀਨ ਪਾਸਪੋਰਟ ਦਾ ਐਲਾਨ ਬਾਅਦ ਹੋਈ ਬੁਕਿੰਗ। ਨਸ਼ੇ ਦੇ ਮਾਮਲੇ ਸੰਬੰਧੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ, ਜਿੱਥੇ $300 ਮਿਲੀਅਨ ਦਾ ਨਸ਼ਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ। ਅਲਰਟ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਨਸ਼ਾ ਹੀ ਨਹੀਂ, ਹੋਰ ਵੀ ਕਈ ਚੀਜ਼ਾਂ ਉਹਨਾਂ ਨੂੰ ਬਰਾਮਦ ਹੋਈਆਂ ਨੇ, ਜਾਣੀ ਕਿ ਉਹਨਾਂ ਦੇ ਹੱਥ ਲੱਗੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਸਸਪੈਕਟ ਦੇ ਉੱਪਰ ਅਜੇ ਚਾਰਜ ਲਗਾਉਣੇ ਬਾਕੀ ਨੇ, ਪਰ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ। ਅਲਬਰਟਾ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਡਰੱਗ ਬਣਾਉਣ ਵਾਲੀ ਲੈਬ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਜੋ ਪ੍ਰੋਜੈਕਟ ਚਲਾਇਆ ਜਾ ਰਿਹਾ ਸੀ, ਉਸ ਦੇ ਤਹਿਤ $300 ਮਿਲੀਅਨ ਦਾ ਨਸ਼ਾ ਉਹਨਾਂ ਵੱਲੋਂ ਬਰਾਮਦ ਕੀਤਾ ਗਿਆ। ਆਫੀਸਰਸ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੁਲਾਈ 7, 2021 ਨੂੰ ਉਹਨਾਂ ਵੱਲੋਂ 13 ਸਰਚ ਵਾਰੰਟ ਕੰਡਕਟ ਕੀਤੇ ਗਏ। ਇਹ ਸਰਚ ਵਾਰੰਟ ਕੈਲਗਰੀ ਦੇ ਅਤੇ ਐਡਮਿੰਟਨ ਖੇਤਰ ਦੇ ਕਈ ਕਾਰੋਬਾਰ ਅਤੇ ਘਰਾਂ ਦੇ ਉੱਪਰ ਕੰਡਕਟ ਕੀਤੇ ਗਏ। ਇਸ ਦੌਰਾਨ ਪੁਲਿਸ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ 13.6 ਕਿਲੋਗ੍ਰਾਮ ਫੈਂਟਨਲ, 11.9 ਕਿਲੋਗ੍ਰਾਮ ਫੈਂਟਨਲ ਲੇਟ ਸਟੇਜ, 6.6 ਕਿਲੋਗ੍ਰਾਮ ਸਿੰਥੈਟਿਕ ਓਪੀਓਇਡਸ, 9.9 ਕਿਲੋਗ੍ਰਾਮ ਮੈਥਮਫੈਟਾਮਾਈਨ, 50 ਲੀਟਰ ਦਾ ਨਸ਼ੇ ਦੇ ਨਾਲ ਸੰਬੰਧਿਤ ਐਸਿਡ, 3.5 ਕਿਲੋਗ੍ਰਾਮ ਬਫਿੰਗ ਏਜੰਟਸ, 7,600 ਕਿਲੋਗ੍ਰਾਮ ਕੈਮੀਕਲਸ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ। ਆਫੀਸਰਸ ਦੇ ਦੱਸਣ ਦੇ ਮੁਤਾਬਕ ਜੇਕਰ ਇਹ ਨਸ਼ਾ ਵੇਚਿਆ ਜਾਂਦਾ ਤਾਂ ਇਸ ਦੀ ਕੀਮਤ $300 ਮਿਲੀਅਨ ਬਣਨੀ ਸੀ। ਇਸੇ ਦੇ ਨਾਲ ਹੀ ਕਾਰਵਾਈ ਕਰਦਿਆਂ ਆਫੀਸਰਸ ਦੇ ਵੱਲੋਂ 18 ਹੈਂਡਗਨਸ, ਇੱਕ ਰਾਈਫਲ, $25,000 ਕੈਸ਼, ਗਹਿਣੇ, 6 ਵਾਹਨ, 4 ਮੋਟਰਸਾਈਕਲ, 3 ਟ੍ਰੇਲਰ ਅਤੇ ਇੱਕ ਬੋਟ ਵੀ ਬਰਾਮਦ ਕੀਤੀ ਗਈ ਹੈ। ਇਸ ਬਾਰੇ ਸਾਰੀ ਜਾਣਕਾਰੀ ਐਲਬਰਟਾ ਦੀ ਲਾਅ ਇਨਫੋਰਸਮੈਂਟ ਏਜੰਸੀ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਸਰਚ ਵਾਰੰਟ ਕੰਡਕਟ ਕਰਕੇ ਇਹ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਨੇ। ਇਸ ਦੇ ਨਾਲ ਹੀ ਅਲਰਟ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਇਸ ਦੇ ਨਾਲ ਜਾਣੀ ਕਿ ਨਸ਼ੇ ਦੇ ਨਾਲ ਗੈਂਗ ਐਕਟੀਵਿਟੀ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੈ ਤਾਂ ਕ੍ਰਾਈਮ ਸਟਾਪਰਸ ਅਤੇ ਲੋਕਲ ਪੁਲਿਸ ਦੇ ਨਾਲ 1800-222-8477 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਫਿਲਹਾਲ ਦੀ ਜਾਣਕਾਰੀ ਦੇ ਮੁਤਾਬਕ ਸਸਪੈਕਟ ਦੀ ਪਹਿਚਾਣ ਕੀਤੀ ਗਈ ਹੈ, ਪਰ ਅਜੇ ਤੱਕ ਉਹਨਾਂ ਦੇ ਉੱਪਰ ਚਾਰਜ ਨਹੀਂ ਲਗਾਏ ਗਏ। ਨਿਊ ਬਰੰਜ਼ਵਿਕ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਵਾਂ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ, ਜਿਸ ਦੇ ਨਾਲ ਜਿਹੜੇ 4 ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਜਾਣੀ ਕਿ ਗ੍ਰੈਜੂਏਟ ਹੋਏ ਵਿਦਿਆਰਥੀ ਹੋਣਗੇ, ਉਹਨਾਂ ਨੂੰ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਦੇ ਵਾਸਤੇ ਮੌਕਾ ਦਿੱਤਾ ਜਾਵੇਗਾ। ਇਸ ਬਾਰੇ ਵਧੇਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਪ੍ਰੋਵਿੰਸ ਦੇ ਵੱਲੋਂ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਵਾਸਤੇ ਨਵਾਂ ਇਮੀਗ੍ਰੇਸ਼ਨ ਪਾਇਲਟ ਲਿਆਂਦਾ ਜਾ ਰਿਹਾ ਹੈ। ਜੀ ਹਾਂ, ਨਿਊ ਬਰੰਜ਼ਵਿਕ ਦੇ ਵੱਲੋਂ ਇੱਕ ਨਵਾਂ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ, ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਹੋਵੇਗਾ। ਇਸ ਵਾਸਤੇ ਜ਼ਰੂਰੀ ਹੈ ਕਿ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪ੍ਰੋਵਿੰਸ ਦੇ ਪ੍ਰਾਈਵੇਟ ਕੈਰੀਅਰ ਕਾਲਜਸ ਦੇ ਵਿੱਚੋਂ ਗ੍ਰੈਜੂਏਸ਼ਨ ਕੀਤੀ ਹੋਵੇ। ਇਸ ਦੀ ਸ਼ੁਰੂਆਤ ਪ੍ਰੋਵਿੰਸ ਦੇ ਵਿੱਚ ਅਪ੍ਰੈਲ 1, 2022 ਤੋਂ ਹੋਣ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਐਟਲਾਂਟਿਕ ਬਿਜ਼ਨਸ ਕਾਲਜ, ਈਸਟਰਨ ਕਾਲਜ, ਮੈਕੈਂਜ਼ੀ ਕਾਲਜ ਅਤੇ ਆਲਟਨ ਕਾਲਜ ਤੋਂ ਗ੍ਰੈਜੂਏਟ ਹੋਣਗੇ, ਉਹਨਾਂ ਨੂੰ ਹੁਣ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸੂਬੇ ਵੱਲੋਂ ਉਹ ਲਿਸਟ ਵੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਵਿਦਿਆਰਥੀਆਂ ਵੱਲੋਂ ਕਿਹੜੇ ਖੇਤਰ ਦੀ ਪੜ੍ਹਾਈ ਕੀਤੀ ਹੋਵੇ। ਇਸ ਲਿਸਟ ਦੇ ਮੁਤਾਬਕ ਸੋਸ਼ਲ ਐਂਡ ਕਮਿਊਨਿਟੀ ਸਰਵਿਸ ਵਰਕਰਸ, अर्ली चाइल्डहुड एजुकेटर्स एंड असिस्टेंट्स, एजुकेशनल असिस्टेंट्स, हेल्थ केयर एड्स, होम सपोर्ट वर्कर्स, licensed practical nurses, paramedics and related occupations, medical laboratory technologists, medical laboratory technicians, medical administrative assistants, computer programmers and interactive media developers, web designers and developers, computer network technicians, user support technicians, accounting technicians and bookkeepers, payroll clerks, shippers and receivers, supply chain and logistics supervisors, production logistics and coordinators। ਇਨ੍ਹਾਂ ਆਕਿਊਪੇਸ਼ਨਸ ਨੂੰ ਨਿਊ ਬਰੰਜ਼ਵਿਕ ਦੇ ਵੱਲੋਂ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਐਨਡੀਪੀ ਲੀਡਰ ਜਗਮੀਤ ਸਿੰਘ ਨੇ ਇੱਕ ਇਵੈਂਟ ਦੇ ਵਿੱਚ ਪਹੁੰਚਣਾ ਸੀ ਪਰ ਰਸਤੇ ਦੇ ਵਿੱਚ ਹੀ ਉਹਨਾਂ ਦਾ ਟਰੱਕ ਖਰਾਬ ਹੋ ਗਿਆ। ਦਰਅਸਲ ਉਹਨਾਂ ਦੇ ਟਰੱਕ ਦਾ ਇੱਕ ਟਾਇਰ ਉਤਰ ਗਿਆ, ਜਿਸ ਦੇ ਕਾਰਨ ਉਹ ਆਪਣੇ ਇਵੈਂਟ ਦੇ ਵਿੱਚ ਲੇਟ ਪਹੁੰਚੇ ਨੇ। ਇਸ ਦੌਰਾਨ ਬੜੇ ਹੀ ਮਜ਼ਾਕੀਆ ਢੰਗ ਦੇ ਨਾਲ ਇਸ ਬਾਰੇ ਸਾਰੀ ਜਾਣਕਾਰੀ ਜਗਮੀਤ ਸਿੰਘ ਵੱਲੋਂ ਦਿੱਤੀ ਗਈ ਹੈ। ਕੀ ਉਹਨਾਂ ਦਾ ਕਹਿਣਾ ਹੈ, ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਜੋ ਆਪਣਾ ਪੋਟਿੰਗ ਟਰੱਕ ਤਿਆਰ ਕੀਤਾ ਗਿਆ, ਉਹ ਰਸਤੇ ਦੇ ਵਿੱਚ ਖਰਾਬ ਹੋ ਗਿਆ, ਜਿਸ ਦੇ ਕਾਰਨ ਉਹਨਾਂ ਦਾ ਹੋਣ ਵਾਲਾ ਇਵੈਂਟ ਕੁਝ ਸਮੇਂ ਦੇ ਲਈ ਲੇਟ ਹੋ ਗਿਆ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਜੋ ਟਰੱਕ ਤਿਆਰ ਕੀਤਾ ਗਿਆ, ਉਹ ਰਸਤੇ ਦੇ ਵਿੱਚ ਖਰਾਬ ਹੋ ਗਿਆ, ਜਿਸ ਤੋਂ ਬਾਅਦ ਉਹਨਾਂ ਦੇ ਪੋਟਿੰਗ ਟਰੱਕ ਦਾ ਇੱਕ ਟਾਇਰ ਉਤਰ ਗਿਆ। ਜਾਣਕਾਰੀ ਦੇ ਲਈ ਦੱਸ ਦਈਏ ਕਿ ਜਗਮੀਤ ਸਿੰਘ ਮੌਂਟਰੀਅਲ ਦੇ ਇਵੈਂਟ ਦੇ ਵਿੱਚ ਜਾ ਰਹੇ ਸਨ ਜਦੋਂ ਉਹਨਾਂ ਦੇ ਟਰੱਕ ਦੇ ਨਾਲ ਅਜਿਹਾ ਹੋਇਆ। ਇਸ ਦੇ ਕਾਰਨ ਉਹ ਆਪਣੀ ਇਵੈਂਟ ਦੇ ਉੱਪਰ 2 ਘੰਟੇ ਦੇਰੀ ਦੇ ਨਾਲ ਪਹੁੰਚੇ। ਇਸ ਦੌਰਾਨ ਨਿਊਜ਼ ਕਾਨਫਰੰਸ ਦੇ ਵਿੱਚ ਜਗਮੀਤ ਸਿੰਘ ਵੱਲੋਂ ਬੜੇ ਹੀ ਮਜ਼ਾਕੀਆ ਅੰਦਾਜ਼ ਦੇ ਵਿੱਚ ਕਿਹਾ ਗਿਆ ਕਿ ਚਾਹੇ ਉਹਨਾਂ ਵੱਲੋਂ ਪੋਟਿੰਗ ਦੇ ਵਿੱਚ ਹਾਈ ਕੁਆਲਿਟੀ ਚੀਜ਼ ਕਰਡਸ ਦੀ ਵਰਤੋਂ ਕੀਤੀ ਗਈ ਹੈ, ਪਰ ਫਿਰ ਵੀ ਉਹਨਾਂ ਦੇ ਟਰੱਕ ਦੇ ਲਈ ਕਾਫੀ ਜ਼ਿਆਦਾ ਭਾਰੀ ਸਾਬਤ ਹੋਏ। ਇਸ ਤੋਂ ਬਾਅਦ ਲੋਕਲ ਕੈਂਡੀਡੇਟਸ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਗਮੀਤ ਸਿੰਘ ਐਪਰਨ ਅਤੇ ਗਲਵਜ਼ ਦੇ ਵਿੱਚ ਨਜ਼ਰ ਆਏ ਅਤੇ ਉਹਨਾਂ ਵੱਲੋਂ ਇਹ ਡਿਸ਼ ਸਰਵ ਕੀਤੀ ਗਈ। ਇਸ ਦੌਰਾਨ ਉਹਨਾਂ ਦੀ ਪਤਨੀ ਗੁਰਕਿਰਨ ਕੌਰ ਵੀ ਉਹਨਾਂ ਦੇ ਨਾਲ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਗਮੀਤ ਸਿੰਘ ਵੱਲੋਂ ਪੰਜਾਬੀ ਪੋਟਿੰਗ ਦੀ ਰੈਸਿਪੀ ਸਾਂਝੀ ਕੀਤੀ ਗਈ ਸੀ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਇਸ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ। ਕੈਨੇਡਾ ਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਅੱਜ ਪਹਿਲੀ ਡਿਬੇਟ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਆਮੋ-ਸਾਹਮਣੇ ਨਜ਼ਰ ਆਉਣਗੇ। ਇਸ ਤੋਂ ਬਾਅਦ ਵੀ ਫ੍ਰੈਂਚ ਅਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ 8 ਅਤੇ 9 ਸਤੰਬਰ ਨੂੰ ਡਿਬੇਟ ਹੋਵੇਗੀ, ਪਰ ਜਿਹੜੀ ਹੁਣ ਡਿਬੇਟ ਹੋਣ ਜਾ ਰਹੀ ਹੈ, ਜਿਸ ਨੂੰ ਅੱਜ ਸ਼ਾਮ ਨੂੰ ਪ੍ਰਸਾਰਿਤ ਕੀਤਾ ਜਾਵੇਗਾ, ਇਹ ਫ੍ਰੈਂਚ ਭਾਸ਼ਾ ਦੇ ਵਿੱਚ ਹੋਵੇਗੀ। ਫੈਡਰਲ ਚੋਣਾਂ ਸੰਬੰਧੀ ਟੈਲੀਵਿਜ਼ਨ ਤੇ ਹੋਣ ਵਾਲੀ ਪਹਿਲੀ ਡਿਬੇਟ ਅੱਜ ਸ਼ਾਮ ਨੂੰ ਪ੍ਰਸਾਰਿਤ ਹੋਵੇਗੀ। ਕੈਨੇਡਾ ਦੇ ਵਿੱਚ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ। ਇਸ ਤੋਂ ਪਹਿਲਾਂ ਅੱਜ ਸਿਆਸੀ ਲੀਡਰ ਫੈਡਰਲ ਚੋਣਾਂ ਸੰਬੰਧੀ ਹੋਣ ਵਾਲੀ ਡਿਬੇਟ ਦੇ ਵਿੱਚ ਹਿੱਸਾ ਲੈਣਗੇ। ਇਹ ਡਿਬੇਟ ਸ਼ਾਮ ਨੂੰ ਟੈਲੀਵਿਜ਼ਨ ਦੇ ਉੱਪਰ ਪ੍ਰਸਾਰਿਤ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਦੇ ਵਿੱਚ 4 ਲੀਡਰਸ ਸ਼ਾਮਿਲ ਹੋਣਗੇ, ਜਾਣੀ ਕਿ ਇਸ ਡਿਬੇਟ ਦੇ ਵਿੱਚ ਲਿਬਰਲ ਪਾਰਟੀ ਦੇ ਪ੍ਰਧਾਨ ਜਸਟਿਨ ਟਰੂਡੋ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨ ਓਟੂਲ, ਬਲਾਕ ਕਿਬੇਕ ਦੇ ਪ੍ਰਧਾਨ ਐਨਡੀਪੀ ਲੀਡਰ ਜਗਮੀਤ ਸਿੰਘ ਸ਼ਾਮਿਲ ਹੋਣਗੇ। ਇੱਥੇ ਦੱਸਣਯੋਗ ਹੈ ਕਿ ਗ੍ਰੀਨ ਪਾਰਟੀ ਅਤੇ ਪੀਪਲਸ ਪਾਰਟੀ ਦੇ ਲੀਡਰ ਇਸ ਡਿਬੇਟ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ, ਕਿਉਂਕਿ ਉਹਨਾਂ ਨੂੰ ਇਸ ਸੰਬੰਧੀ ਸੱਦਾ ਨਹੀਂ ਭੇਜਿਆ ਗਿਆ। ਇਹ ਡਿਬੇਟ ਫ੍ਰੈਂਚ ਭਾਸ਼ਾ ਦੇ ਵਿੱਚ ਕਰਵਾਈ ਜਾ ਰਹੀ ਹੈ, ਜੋ ਕਿ ਟੀਵੀ ਦੇ ਉੱਪਰ ਪ੍ਰਸਾਰਿਤ ਹੋਵੇਗੀ। ਫੈਡਰਲ ਚੋਣਾਂ ਤੋਂ ਪਹਿਲਾਂ ਇਹ ਡਿਬੇਟ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਡਿਬੇਟ ਤੋਂ ਇਲਾਵਾ ਲਿਬਰਲ ਲੀਡਰ 2 ਹੋਰ ਡਿਬੇਟ ਦੇ ਵਿੱਚ ਸ਼ਾਮਿਲ ਹੋਣਗੇ, ਜਿਹੜੀਆਂ ਕਿ 2 ਭਾਸ਼ਾ ਦੇ ਵਿੱਚ ਕਰਵਾਈਆਂ ਜਾਣਗੀਆਂ। ਫ੍ਰੈਂਚ ਭਾਸ਼ਾ ਦੇ ਵਿੱਚ ਹੋਣ ਵਾਲੀ ਡਿਬੇਟ ਅਗਲੇ ਹਫ਼ਤੇ 8 ਸਤੰਬਰ ਨੂੰ ਹੋਵੇਗੀ ਅਤੇ ਅੰਗਰੇਜ਼ੀ ਭਾਸ਼ਾ ਵਾਲੀ ਡਿਬੇਟ 9 ਸਤੰਬਰ ਨੂੰ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਫੈਡਰਲ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਨੇ। ਇਸ ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਕਾਫੀ ਜ਼ਿਆਦਾ ਤੇਜ਼ ਨਜ਼ਰ ਆ ਰਹੀਆਂ ਨੇ। ਲੀਡਰਸ ਦੇ ਵੱਲੋਂ ਦੇਸ਼ ਵਾਸੀਆਂ ਦੇ ਨਾਲ ਕਈ ਵੱਡੇ ਵਾਅਦੇ ਕੀਤੇ ਜਾ ਰਹੇ ਨੇ। ਨਾਲ ਹੀ ਇਹਨਾਂ ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਪੋਲ ਵੀ ਸਾਹਮਣੇ ਆ ਰਹੇ ਨੇ, ਜਿਸ ਦੇ ਵਿੱਚ ਵੱਖ-ਵੱਖ ਪਾਰਟੀ ਦੀ ਮੌਜੂਦਾ ਸਥਿਤੀ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਪੋਲ ਸਾਹਮਣੇ ਆ ਰਹੇ ਨੇ, ਜਿਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੀ ਜੋ ਸਥਿਤੀ ਹੈ ਉਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇੱਕ ਅਜਿਹਾ ਪੋਲ ਸਾਹਮਣੇ ਆਇਆ ਜਿਸ ਦੇ ਵਿੱਚ ਲਿਬਰਲ ਪਾਰਟੀ ਪਹਿਲਾਂ ਦੇ ਮੁਕਾਬਲੇ ਹੇਠਾਂ ਅਤੇ ਕੰਜ਼ਰਵੇਟਿਵ ਪਾਰਟੀ ਪਹਿਲਾਂ ਦੇ ਮੁਕਾਬਲੇ ਅੱਗੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਨੈਪ ਇਲੈਕਸ਼ਨਸ ਕਾਲ ਕੀਤੀਆਂ ਤਾਂ ਕਿ ਕੈਨੇਡਾ ਦੇ ਵਿੱਚ ਉਹ ਮੈਜੋਰਿਟੀ ਸਰਕਾਰ ਬਣਾ ਸਕਣ, ਪਰ ਜੋ ਤਾਜ਼ਾ ਪੋਲ ਸਾਹਮਣੇ ਆਇਆ ਹੈ ਉਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੋਇਆ ਨਹੀਂ ਦਿਖਾਈ ਦੇ ਰਿਹਾ। ਡਮਾਰੂ ਪਬਲਿਕ ਓਪੀਨੀਅਨ ਸਰਵੇ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਇਹ ਪਤਾ ਚੱਲ ਰਿਹਾ ਹੈ ਕਿ ਵੱਖ-ਵੱਖ ਪਾਰਟੀਆਂ ਦੀ ਮੌਜੂਦਾ ਸਮੇਂ ਕੀ ਸਥਿਤੀ ਹੈ। ਇਸ ਸਰਵੇ ਦੇ ਵਿੱਚ 1514 ਕੈਨੇਡੀਅਨਸ ਨੂੰ ਸ਼ਾਮਿਲ ਕੀਤਾ ਗਿਆ ਅਤੇ ਇਹ ਅਗਸਤ 28 ਤੋਂ ਲੈ ਕੇ ਅਗਸਤ 19 ਦੇ ਵਿਚਕਾਰ ਕਰਵਾਇਆ ਗਿਆ। ਇਸ ਪੋਲ ਦੇ ਵਿੱਚ ਸਾਹਮਣੇ ਆਇਆ ਹੈ ਕਿ 27% ਕੈਨੇਡੀਅਨਸ ਸਟਰੋਂਗਲੀ ਲਿਬਰਲ ਪਾਰਟੀ ਦੇ ਨਾਲ ਹਨ, ਜਦਕਿ 32% ਕੈਨੇਡੀਅਨਸ ਕਹਿੰਦੇ ਨੇ ਕਿ ਉਹ ਪ੍ਰਧਾਨ ਮੰਤਰੀ ਜਾਣੀ ਕਿ ਲਿਬਰਲ ਪਾਰਟੀ ਦੀ ਮੈਜੋਰਿਟੀ ਸਰਕਾਰ ਬਣਾਉਣ ਦੇ ਵਿੱਚ ਮਦਦ ਕਰਨਗੇ। ਇਸੇ ਪੋਲ ਦੇ ਮੁਤਾਬਕ 37% ਕੈਨੇਡੀਅਨਸ ਦਾ ਇਹ ਵੀ ਮੰਨਣਾ ਹੈ ਕਿ ਟਰੂਡੋ ਇੱਕ ਮੈਜੋਰਿਟੀ ਸਰਕਾਰ ਡਿਜ਼ਰਵ ਕਰਦੇ ਹਨ। ਦੱਸਿਏ ਕਿ ਪੋਲਿੰਗ ਕੈਨੇਡਾ ਦੀ ਜਾਣਕਾਰੀ ਦੇ ਮੁਤਾਬਕ ਇਹ ਪਤਾ ਚੱਲਿਆ ਹੈ ਕਿ ਕਿਸ ਪਾਰਟੀ ਨੂੰ ਮੌਜੂਦਾ ਸਮੇਂ ਕਿੰਨੀ ਸਪੋਰਟ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਇਸ ਪੋਲ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਲਿਬਰਲ ਪਾਰਟੀ ਦੇ ਨਾਲੋਂ ਅੱਗੇ ਨਜ਼ਰ ਆ ਰਹੀ ਹੈ।
ਇਸ ਪੋਲ ਦੇ ਵਿੱਚ 28% ਦੀ ਸਪੋਰਟ ਲਿਬਰਲ ਪਾਰਟੀ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਨੂੰ 38% ਦੀ ਸਪੋਰਟ ਮਿਲ ਰਹੀ ਹੈ। ਇਸ ਦੇ ਨਾਲ ਹੀ ਐਨਡੀਪੀ ਨੂੰ 19%, ਬਲਾਕ ਕਿਊਬਿਕ ਨੂੰ 7% ਅਤੇ ਗ੍ਰੀਨ ਪਾਰਟੀ ਨੂੰ 2% ਦੀ ਸਪੋਰਟ ਮਿਲਦੀ ਹੋਈ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ 20 ਸਤੰਬਰ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਪੋਲ ਸਾਹਮਣੇ ਆ ਰਹੇ ਨੇ, ਜਿਸ ਦੇ ਵਿੱਚ ਅਲੱਗ-ਅਲੱਗ ਸਥਿਤੀ ਸਾਹਮਣੇ ਆ ਰਹੀ ਹੈ। ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੀ ਕੀ ਸਥਿਤੀ ਬਣੀ ਹੋਈ ਹੈ। ਇਸੇ ਤਰ੍ਹਾਂ ਦਾ ਇਹ ਵੀ ਪੋਲ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਕੰਜ਼ਰਵੇਟਿਵ ਪਾਰਟੀ ਦੀ ਸਥਿਤੀ ਪਹਿਲਾਂ ਦੇ ਮੁਕਾਬਲੇ ਸੁਧਰਦੀ ਹੋਈ ਦਿਖਾਈ ਦੇ ਰਹੀ ਹੈ, ਜਦਕਿ ਲਿਬਰਲਸ ਪਹਿਲਾਂ ਦੇ ਮੁਕਾਬਲੇ ਹੇਠਾਂ ਜਾ ਰਹੇ ਨੇ। ontario ਵੱਲੋਂ ਵੈਕਸੀਨੇਸ਼ਨ ਪਾਸਪੋਰਟ ਸਿਸਟਮ ਸੰਬੰਧੀ ਐਲਾਨ ਕੀਤਾ ਗਿਆ, ਜਿਸ ਦੀ ਜਾਣਕਾਰੀ ਪ੍ਰੀਮੀਅਰ ਡਗ ਫੋਰਡ ਨੇ ਦਿੱਤੀ ਹੈ। ਪਰ ਹੁਣ ਇਸ ਤੋਂ ਬਾਅਦ ਇਹ ਦੇਖਣ ਦੇ ਵਿੱਚ ਆਇਆ ਹੈ ਕਿ ontario ਵਾਸੀਆਂ ਨੇ ਜ਼ਿਆਦਾ ਕੋਵਿਡ-19 ਵੈਕਸੀਨ ਦੇ ਲਈ ਬੁਕਿੰਗ ਕਰਵਾਈਆਂ, ਜਿਸ ਦਾ ਮਤਲਬ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ 24 ਘੰਟਿਆਂ ਦੌਰਾਨ ਟੀਕਾ ਲਗਵਾਉਣ ਦੇ ਲਈ ਅਪਾਇੰਟਮੈਂਟ ਵੱਧ ਦਰਜ ਕੀਤੀ ਗਈ ਹੈ। ontario ਵੱਲੋਂ ਕੋਵਿਡ-19 ਵੈਕਸੀਨ ਪਾਸਪੋਰਟ ਸੰਬੰਧੀ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ontario ਦੇ ਵਿੱਚ ਕੋਵਿਡ-19 ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ਵਧਦੀ ਹੋਈ ਦਿਖਾਈ ਦੇ ਰਹੀ ਹੈ। ontario ਆਫੀਸ਼ੀਅਲਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਵੈਕਸੀਨੇਸ਼ਨ ਪਾਸਪੋਰਟ ਦੇ ਐਲਾਨ ਦੇ 24 ਘੰਟਿਆਂ ਦੌਰਾਨ ਹੀ ਕੋਵਿਡ-19 ਵੈਕਸੀਨ ਹਾਸਲ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਦੱਸ ਦਈਏ ਕਿ ontario ਵੱਲੋਂ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਦੱਸਿਆ ਹੈ ਕਿ ਪ੍ਰੋਵਿੰਸ ਦੇ ਵਿੱਚ ਕੋਵਿਡ-19 ਵੈਕਸੀਨ ਪਾਸਪੋਰਟ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਹੁਣ ਕੁਝ ਖਾਸ ਥਾਵਾਂ ਦੇ ਉੱਪਰ ਕੋਵਿਡ-19 ਵੈਕਸੀਨ ਦਾ ਪ੍ਰੂਫ ਮੰਗਿਆ ਜਾਵੇਗਾ। ਜਾਣਕਾਰੀ ਦੇ ਮੁਤਾਬਕ ਟੀਕਾ ਲਗਾਉਣ ਦੇ ਵਾਸਤੇ ਜੋ ਅਪਾਇੰਟਮੈਂਟ ਬੁੱਕ ਕਰਵਾਈਆਂ ਗਈਆਂ, ਇਸ ਦੇ ਵਿੱਚੋਂ ਅੱਧੀਆਂ ਅਪਾਇੰਟਮੈਂਟ ਪਹਿਲੇ ਡੋਜ਼ ਦੇ ਵਾਸਤੇ ਕਰਵਾਈਆਂ ਗਈਆਂ ਨੇ। ਮਿਨਿਸਟਰੀ ਆਫ ਹੈਲਥ ਦੇ ਮੁਤਾਬਕ ਅਗਸਤ 31 ਨੂੰ 3479 ਅਪਾਇੰਟਮੈਂਟ ਪ੍ਰੋਵਿੰਸ਼ੀਅਲ ਬੁਕਿੰਗ ਸਿਸਟਮ ਦੇ ਰਾਹੀਂ ਬੁੱਕ ਕਰਵਾਈਆਂ ਗਈਆਂ। ਇਸ ਤੋਂ ਬਾਅਦ ਸਤੰਬਰ 1 ਨੂੰ ਇਹ ਗਿਣਤੀ ਵੱਧ ਕੇ 7125 ਹੋ ਗਈ। ਦੱਸਣਯੋਗ ਹੈ ਕਿ ਪ੍ਰੋਵਿੰਸ ਦੇ ਵਿੱਚ ਸਤੰਬਰ 22 ਤੋਂ ਵੈਕਸੀਨੇਸ਼ਨ ਪਾਸਪੋਰਟ ਸਿਸਟਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਤੋਂ 1 ਮਹੀਨੇ ਬਾਅਦ QR ਕੋਡ ਦੀ ਫੈਸਿਲਿਟੀ ਵੀ ਪ੍ਰੋਵਿੰਸ ਦੇ ਵਿੱਚ ਦਿੱਤੀ ਜਾਵੇਗੀ। ਮੌਜੂਦਾ ਸਮੇਂ ontario ਦੇ ਵਿੱਚ 76.6% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਡੋਜ਼ ਹਾਸਲ ਕੀਤੇ ਜਾ ਚੁੱਕੇ ਹਨ ਅਤੇ 83% ਦੀ ਆਬਾਦੀ ਅਜਿਹੀ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦਾ 1 ਡੋਜ਼ ਹਾਸਲ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਵਾਧੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਾਰ ਫਿਰ ਤੋਂ ਸਖਤੀਆਂ ਕੀਤੀਆਂ ਗਈਆਂ ਨੇ। ਪਰ ਇੱਕ ਤਾਜ਼ਾ ਮਾਮਲਾ ਅਜਿਹਾ ਸਾਹਮਣੇ ਆਇਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਯੂਨੀਵਰਸਿਟੀ ਵਿਦਿਆਰਥੀ ਇੱਕ ਪਾਰਟੀ ਦੇ ਵਿੱਚ ਪਹੁੰਚੇ। ਇਹਨਾਂ ਵਿਦਿਆਰਥੀਆਂ ਨੇ ਨਾ ਤਾਂ ਮਾਸਕ ਲਗਾਏ ਸੀ ਤੇ ਨਾ ਹੀ ਇਹਨਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾ ਰਿਹਾ ਸੀ। ਹੁਣ ਕਾਰਵਾਈ ਕਰਦਿਆਂ ਹੋਸਟ ਨੂੰ $5000 ਦਾ ਜੁਰਮਾਨਾ ਲਗਾਇਆ ਗਿਆ। ਇੱਕ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਧਦੇ ਹੋਏ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਖਤੀਆਂ ਕੀਤੀਆਂ ਜਾ ਰਹੀਆਂ ਨੇ, ਪਰ ਦੂਸਰੇ ਪਾਸੇ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਬੇਪਰਵਾਹ ਹੋ ਕੇ ਪਾਰਟੀ ਕੀਤੀ ਜਾ ਰਹੀ ਸੀ, ਪਰ ਹੁਣ ਇਸ ਦੇ ਕਾਰਨ $5000 ਦਾ ਜੁਰਮਾਨਾ ਲਗਾਇਆ ਗਿਆ। ਜਾਣਕਾਰੀ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ ਦੇ ਹੋਸਟ ਨੂੰ ਪਾਰਟੀ ਕਰਵਾਉਣ ਸੰਬੰਧੀ $5000 ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਪਾਰਟੀ ਦੇ ਵਿੱਚ ਵੱਡੀ ਗਿਣਤੀ ਵਿਦਿਆਰਥੀ ਸ਼ਾਮਲ ਹੋਏ ਸਨ। ਇਹਨਾਂ ਵਿਦਿਆਰਥੀਆਂ ਦੇ ਨਾ ਤਾਂ ਮਾਸਕ ਪਾਇਆ ਹੋਇਆ ਸੀ ਤੇ ਨਾ ਹੀ ਇਹਨਾਂ ਵੱਲੋਂ ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾ ਰਿਹਾ ਸੀ। ਯੂਨੀਵਰਸਿਟੀ RCMP ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਅਗਸਤ 29 ਇਸ ਦਿਨ ਬਹੁਤ ਸਾਰੀਆਂ ਕਾਲ ਮਿਲੀਆਂ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਬੈਸਬਰੂਕ ਮਾਲ ਦੇ ਵਿੱਚ ਵੱਡੀ ਗਿਣਤੀ ਇਕੱਠ ਦੇ ਨਾਲ ਪਾਰਟੀ ਕੀਤੀ ਜਾ ਰਹੀ ਹੈ। ਜਦੋਂ ਆਫੀਸਰਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਵਿਦਿਆਰਥੀ ਪਾਰਟੀ ਦੇ ਵਿੱਚ ਸਨ। ਇਹਨਾਂ ਵਿਦਿਆਰਥੀਆਂ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮਸਤੀ ਦੇ ਵਿੱਚ ਪਾਰਟੀ ਕੀਤੀ ਜਾ ਰਹੀ ਸੀ। ਕਿਸੇ ਵਿਦਿਆਰਥੀ ਦੇ ਨਾ ਤਾਂ ਮਾਸਕ ਪਹਿਨਿਆ ਹੋਇਆ ਸੀ ਤੇ ਨਾ ਹੀ ਉਹਨਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾ ਰਿਹਾ ਸੀ। ਜਾਣਕਾਰੀ ਦੇ ਲਈ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੌਜੂਦਾ ਸਮੇਂ ਇਕੱਠ ਦੇ ਵਿੱਚ 50 ਜਾਣੇ ਹੀ ਸ਼ਾਮਿਲ ਹੋ ਸਕਦੇ ਹਨ। ਇਸ ਪਾਰਟੀ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਅਤੇ ਸਨੈਪਚੈਟ ਦੇ ਉੱਪਰ ਵੀ ਇਸ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਸਨ। ਇਸ ਤੋਂ ਬਾਅਦ ਹੁਣ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਦੀ ਪਾਰਟੀ ਕਰਵਾਉਣ ਸੰਬੰਧੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਹੋਸਟ ਨੂੰ $5000 ਦਾ ਜੁਰਮਾਨਾ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਨੇ। ਕੋਰੋਨਾ ਦੀ ਚੌਥੀ ਲਹਿਰ ਅਤੇ ਡੈਲਟਾ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਮੁੜ ਤੋਂ ਸਖਤੀਆਂ ਕੀਤੀਆਂ ਜਾ ਰਹੀਆਂ ਨੇ। ਪਰ ਅਜਿਹੇ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣਾ ਜਿੱਥੇ ਲਾਪਰਵਾਹ ਹੋ ਕੇ ਪਾਰਟੀ ਕੀਤੀ ਜਾ ਰਹੀ ਹੈ,
ਵਾਕਈ ਇਸ ਨੂੰ ਗਲਤ ਦੱਸਿਆ ਜਾ ਰਿਹਾ ਹੈ। ਮਾਮਲਾ ਸਰੀ ਤੋਂ ਸਾਹਮਣੇ ਆਇਆ ਜਿੱਥੇ ਹਾਈਵੇ ਦੇ ਉੱਪਰ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਅਜੇ ਪੀੜਤ ਦਾ ਨਾਮ ਅਤੇ ਪਹਿਚਾਣ ਜਨਤਕ ਨਹੀਂ ਕੀਤੀ। ਸਰੀ ਦੇ ਹਾਈਵੇ 17 ਦੇ ਉੱਪਰ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਰੀ ਆਰਸੀਐਮਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਵੇਰੇ ਜੋ ਹਾਈਵੇ 17 ਦੇ ਉੱਪਰ ਸੜਕ ਹਾਦਸਾ ਵਾਪਰਿਆ ਇਸ ਦੇ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ। ਇਸ ਸੜਕ ਹਾਦਸੇ ਦੇ ਪੀੜਤ ਦੀ ਉਮਰ 37 ਸਾਲ ਦੇ ਕਰੀਬ ਦੱਸੀ ਗਈ ਹੈ। ਦਰਅਸਲ ਇੱਥੇ ਦੋ ਵਾਹਨ ਆਪਸ ਦੇ ਵਿੱਚ ਟਕਰਾ ਗਏ ਜਿਸ ਦੇ ਵਿੱਚ ਟਰੈਕਟਰ, ਟ੍ਰੇਲਰ ਅਤੇ ਇੱਕ ਪੈਸੇਂਜਰ ਵਹੀਕਲ ਸ਼ਾਮਿਲ ਹੈ। ਇਹ ਹਾਦਸਾ 104 ਐਵੀਨਿਊ ਅਤੇ 108 ਐਵੀਨਿਊ ਦੇ ਵਿਚਕਾਰ ਹਾਈਵੇ ਦੇ ਉੱਪਰ ਵਾਪਰਿਆ ਜਿਸ ਦੀ ਜਾਣਕਾਰੀ ਕਾਂਸਟੇਬਲ ਸਰਬਜੀਤ ਸੰਘਾ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਨੂੰ ਹਾਈਵੇ 17 ਦੇ ਉੱਪਰ 2:55 ਦੇ ਕਰੀਬ ਬੁਲਾਇਆ ਗਿਆ ਸੀ ਜਿੱਥੇ ਉਹਨਾਂ ਨੂੰ ਦੋ ਵਾਹਨ ਆਪਸ ਦੇ ਵਿੱਚ ਟਕਰਾਉਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਜਦੋਂ ਸਰੀ ਫਾਇਰ ਸਰਵਿਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੀ। ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਕ੍ਰਿਮੀਨਲ ਕੋਲੀਜਨ ਇਨਵੈਸਟੀਗੇਸ਼ਨ ਟੀਮ ਅਤੇ ਦਾ ਇੰਟੀਗ੍ਰੇਟਿਡ ਕੋਲੀਜਨ ਐਨਾਲਿਸਿਸ ਦੇ ਵੱਲੋਂ ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਆਰਸੀਐਮਪੀ ਦੇ ਦੱਸਣ ਮੁਤਾਬਕ ਅਜੇ ਤੱਕ ਉਹਨਾਂ ਨੂੰ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਹਾਦਸਾ ਕਿਵੇਂ ਵਾਪਰਿਆ। ਫਿਲਹਾਲ ਇਸ ਬਾਰੇ ਉਹਨਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਆਰਸੀਐਮਪੀ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਹਾਦਸੇ ਦਾ ਕਾਰਨ ਤੇਜ਼ ਸਪੀਡ ਨਹੀਂ ਹੈ। ਟ੍ਰੇਲਰ ਦਾ ਡਰਾਈਵਰ ਘਟਨਾ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ ਜਿਸ ਦੇ ਨਾਲ ਪੁਲਿਸ ਵੱਲੋਂ ਗੱਲਬਾਤ ਕੀਤੀ ਗਈ ਹੈ ਅਤੇ ਉਹਨਾਂ ਇਹ ਵੀ ਦੱਸਿਆ ਹੈ ਕਿ ਇਸ ਡਰਾਈਵਰ ਨੂੰ ਕੋਈ ਵੀ ਸੱਟਾਂ ਨਹੀਂ ਆਈਆਂ। ਪਿਛਲੇ ਦਿਨੀ ਟਵਿੱਟਰ ਦੇ ਵੱਲੋਂ ਫ੍ਰੀਲੈਂਡ ਦੇ ਟਵੀਟ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਜਿੱਥੇ ਉਹਨਾਂ ਦੇ ਟਵੀਟ ਦੇ ਉੱਪਰ ਮੈਨੂਪੂਲੇਟਡ ਮੀਡੀਆ ਦਾ ਲੇਬਲ ਲਗਾਇਆ ਗਿਆ ਸੀ ਪਰ ਹੁਣ ਇਲੈਕਸ਼ਨਸ ਕਮਿਸ਼ਨਰ ਦੇ ਵੱਲੋਂ ਫ੍ਰੀਲੈਂਡ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਫ੍ਰੀਲੈਂਡ ਦੇ ਵੱਲੋਂ ਕਿਸੇ ਵੀ ਨਿਯਮ ਦਾ ਉਲੰਘਣ ਨਹੀਂ ਕੀਤਾ ਗਿਆ। ਪਿਛਲੇ ਦਿਨੀ ਟਵਿੱਟਰ ਦੇ ਵੱਲੋਂ ਫ੍ਰੀਲੈਂਡ ਦੇ ਟਵੀਟ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਜਿੱਥੇ ਉਹਨਾਂ ਦੇ ਟਵੀਟ ਦੇ ਉੱਪਰ ਟਵਿੱਟਰ ਵੱਲੋਂ ਵਾਰਨਿੰਗ ਲੇਬਲ ਲਗਾਇਆ ਗਿਆ ਸੀ। ਇਸ ਤੋਂ ਬਾਅਦ ਹੁਣ ਇਲੈਕਸ਼ਨਸ ਕਮਿਸ਼ਨਰ ਦੇ ਵੱਲੋਂ ਫ੍ਰੀਲੈਂਡ ਦੀ ਵਾਰਨਿੰਗ ਲੇਬਲ ਵਾਲੀ ਟਵੀਟ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀ ਫ੍ਰੀਲੈਂਡ ਦੇ ਟਵੀਟ ਦੇ ਉੱਪਰ ਟਵਿੱਟਰ ਦੇ ਵੱਲੋਂ ਮੈਨੂਪੂਲੇਟਡ ਮੀਡੀਆ ਦਾ ਲੇਬਲ ਲਗਾਇਆ ਗਿਆ ਸੀ। ਇਸ ਤੋਂ ਬਾਅਦ ਕਮਿਸ਼ਨਰ ਆਫ ਕੈਨੇਡਾ ਇਲੈਕਸ਼ਨਸ ਦੇ ਸੀਨੀਅਰ ਡਾਇਰੈਕਟਰ ਵੱਲੋਂ ਫ੍ਰੀਲੈਂਡ ਨੂੰ ਇੱਕ ਈਮੇਲ ਦੇ ਰਾਹੀਂ ਲੈਟਰ ਭੇਜਿਆ ਗਿਆ। ਇਸ ਦੇ ਮੁਤਾਬਕ ਇਲੈਕਸ਼ਨਸ ਕੈਨੇਡਾ ਦਾ ਕਹਿਣਾ ਹੈ ਕਿ ਇਸ ਦੇ ਨਾਲ ਇਲੈਕਸ਼ਨਸ ਐਕਟ ਦੀ ਉਲੰਘਣਾ ਨਹੀਂ ਹੋਈ ਜਿਸ ਦਾ ਮਤਲਬ ਹੈ ਕਿ ਉਹਨਾਂ ਵੱਲੋਂ ਫ੍ਰੀਲੈਂਡ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 22 ਅਗਸਤ ਨੂੰ ਫ੍ਰੀਲੈਂਡ ਦੇ ਵੱਲੋਂ ਦੋ ਭਾਸ਼ਾ ਯਾਨੀ ਕਿ ਅੰਗਰੇਜ਼ੀ ਅਤੇ ਫ੍ਰੈਂਚ ਦੇ ਵਿੱਚ ਟਵਿੱਟਰ ਦੇ ਉੱਪਰ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਸਨ। ਇਸ ਦੇ ਵਿੱਚ ਉਹਨਾਂ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਨਾਲ ਸੰਬੰਧਿਤ ਇੱਕ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ ਦੇ ਵਿੱਚ ਉਹ ਟੂਲ ਹੈਲਥ ਕੇਅਰ ਦੇ ਬਾਰੇ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਕਮਿਸ਼ਨਰ ਆਫ ਕੈਨੇਡਾ ਇਲੈਕਸ਼ਨਸ ਨੂੰ ਮੰਗ ਕੀਤੀ ਗਈ ਸੀ ਕਿ ਇਸ ਦੀ ਜਾਂਚ ਕੀਤੀ ਜਾਵੇ ਤਾਂ ਕਿ ਉਹ ਦੱਸ ਸਕਣ ਕਿ ਇਹ ਵੀਡੀਓ ਇਲੈਕਸ਼ਨਸ ਐਕਟ ਦੀ ਉਲੰਘਣਾ ਹੈ ਜਾਂ ਫਿਰ ਨਹੀਂ। ਜਿਸ ਤੋਂ ਬਾਅਦ ਹੁਣ ਇਲੈਕਸ਼ਨਸ ਕਮਿਸ਼ਨਰ ਦੇ ਵੱਲੋਂ ਫ੍ਰੀਲੈਂਡ ਦੀ ਵਾਰਨਿੰਗ ਲੇਬਲ ਵਾਲੇ ਟਵੀਟ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਵੱਖ-ਵੱਖ ਪਾਰਟੀਆਂ ਤੋਂ ਕਿੰਨੀਆਂ ਫੀਮੇਲ ਕੈਂਡੀਡੇਟਸ ਨੇ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਦੇ ਮੁਤਾਬਕ ਸਭ ਤੋਂ ਵੱਧ ਐਨਡੀਪੀ ਪਾਰਟੀ ਤੋਂ ਫੀਮੇਲ ਕੈਂਡੀਡੇਟਸ ਨੇ। 2019 ਦੇ ਮੁਕਾਬਲੇ ਇਸ ਸਾਲ ਫੀਮੇਲ ਕੈਂਡੀਡੇਟਸ ਦੀ ਗਿਣਤੀ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਪਾਰਟੀ ਤੋਂ ਇਸ ਵਾਰ ਕਿੰਨੀਆਂ ਔਰਤਾਂ ਉਮੀਦਵਾਰ ਹਨ। ਕੈਨੇਡਾ ਦੇ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਇੱਕ ਖਾਸ ਗੱਲ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਵਾਰ ਫੀਮੇਲ ਕੈਂਡੀਡੇਟਸ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਹੋਈ ਹੈ। ਇਲੈਕਸ਼ਨਸ ਕੈਨੇਡਾ ਵੱਲੋਂ ਵੱਖ-ਵੱਖ ਪਾਰਟੀਆਂ ਨੂੰ ਕਿਹਾ ਗਿਆ ਸੀ ਕਿ ਉਹ ਚੋਣਾਂ ਦੇ 21 ਦਿਨ ਪਹਿਲਾਂ ਆਪਣੀ ਫਾਈਨਲ ਲਿਸਟ ਉਮੀਦਵਾਰਾਂ ਦੀ ਜਮ੍ਹਾਂ ਕਰਵਾਉਣ। ਹੁਣ ਇਸ ਤੋਂ ਬਾਅਦ ਇਕੁਅਲ ਵੌਇਸ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਕ ਇਸ ਸਾਲ ਫੈਡਰਲ ਚੋਣਾਂ ਦੇ ਵਾਸਤੇ 43% ਔਰਤਾਂ ਕੈਂਡੀਡੇਟ ਹਨ ਜਦਕਿ 2019 ਦੀਆਂ ਫੈਡਰਲ ਚੋਣਾਂ ਦੇ ਵਿੱਚ ਇਹ ਗਿਣਤੀ 42% ਸੀ। ਇਸ ਦੇ ਵਿੱਚ ਇਹ ਵੀ ਗੱਲ ਸਪਸ਼ਟ ਕੀਤੀ ਗਈ ਹੈ ਕਿ ਸਭ ਤੋਂ ਵੱਧ ਫੀਮੇਲ ਕੈਂਡੀਡੇਟਸ ਐਨਡੀਪੀ ਪਾਰਟੀ ਤੋਂ ਹਨ। ਪਾਰਟੀ ਵੱਲੋਂ ਸਾਂਝੀ ਕੀਤੀ ਗਈ ਲਿਸਟ ਦੇ ਮੁਤਾਬਕ ਫੀਮੇਲ ਕੈਂਡੀਡੇਟਸ ਦੀ ਗਿਣਤੀ 52% ਹੈ ਜਾਣੀ ਕਿ 175 ਉਮੀਦਵਾਰ ਫੀਮੇਲ ਹਨ। ਐਨਡੀਪੀ ਪਾਰਟੀ ਤੋਂ 2019 ਦੇ ਵਿੱਚ ਫੀਮੇਲ ਕੈਂਡੀਡੇਟਸ ਦੀ ਗਿਣਤੀ 49% ਸੀ ਜਿਸ ਦਾ ਮਤਲਬ ਹੈ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਦੀਆਂ ਚੋਣਾਂ ਦੇ ਲਈ ਫੀਮੇਲ ਕੈਂਡੀਡੇਟਸ ਦੀ ਗਿਣਤੀ ਵੱਧ ਦਰਜ ਕੀਤੀ ਗਈ ਹੈ। ਐਨਡੀਪੀ ਪਾਰਟੀ ਤੋਂ ਬਾਅਦ ਬਲਾਕ ਕਿਬੈਕ ਦਾ ਨੰਬਰ ਆਉਂਦਾ ਹੈ ਜਿਸ ਦੇ ਵਿੱਚ 78 ਕੈਂਡੀਡੇਟਸ ਫੀਮੇਲ ਹਨ ਜਦਕਿ 2019 ਦੇ ਵਿੱਚ ਇਹ ਗਿਣਤੀ 45% ਸੀ। ਲਿਬਰਲ ਪਾਰਟੀ ਤੋਂ 43% ਫੀਮੇਲ ਕੈਂਡੀਡੇਟਸ ਹਨ ਜਦਕਿ 2019 ਦੇ ਵਿੱਚ ਇਹ ਗਿਣਤੀ 39% ਦਰਜ ਕੀਤੀ ਗਈ ਸੀ।
ਕੰਜ਼ਰਵੇਟਿਵ ਪਾਰਟੀ ਇਸ ਮਾਮਲੇ ਦੇ ਵਿੱਚ ਪਿੱਛੇ ਹੈ, ਜਿੱਥੇ ਫੀਮੇਲ ਕੈਂਡੀਡੇਟਸ ਦੀ ਗਿਣਤੀ 33% ਦੱਸੀ ਗਈ ਹੈ, ਜੋ ਕਿ 2019 ਦੇ ਵਿੱਚ 32% ਸੀ। ਵੈਨਕੂਵਰ ਪੁਲਿਸ ਵੱਲੋਂ ਇੱਕ ਸੜਕ ਹਾਦਸੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਈ ਵਾਹਨ ਆਪਸ ਦੇ ਵਿੱਚ ਟਕਰਾਏ। ਜਾਣਕਾਰੀ ਦੇ ਮੁਤਾਬਕ 2 ਜਾਣਿਆਂ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਵੈਨਕੂਵਰ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸਾਈਪਰਸ ਬੋਲ ਰੋਡ ਦੇ ਉੱਪਰ ਇੱਕ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਕਈ ਵਾਹਨ ਆਪਸ ਦੇ ਵਿੱਚ ਟਕਰਾਏ ਅਤੇ ਇਸ ਕਾਰਨ ਹੁਣ 2 ਜਾਣਿਆਂ ਦੀ ਮੌਤ ਹੋ ਗਈ ਹੈ। ਵੈਨਕੂਵਰ ਪੁਲਿਸ ਦੇ ਮੁਤਾਬਕ ਇਹ ਹਾਦਸਾ ਤੜਕੇ 4 ਵਜੇ ਦੇ ਕਰੀਬ ਵਾਪਰਿਆ। ਜਾਣਕਾਰੀ ਦੇ ਮੁਤਾਬਕ ਇਸ ਦੇ ਵਿੱਚ 2 ਜਾਣਿਆਂ ਦੀ ਮੌਤ ਹੋ ਗਈ, ਜੋ ਕਿ ਇੱਕੋ ਵਾਹਨ ਦੇ ਵਿੱਚ ਬੈਠੇ ਹੋਏ ਸਨ। ਫਿਲਹਾਲ ਪੁਲਿਸ ਵੱਲੋਂ ਇਹਨਾਂ ਪੀੜਤਾਂ ਦੀ ਡੀਟੇਲ ਸਾਂਝੀ ਨਹੀਂ ਕੀਤੀ ਗਈ, ਜਿਸ ਦਾ ਮਤਲਬ ਹੈ ਕਿ ਇਸ ਘਟਨਾ ਦੇ ਵਿੱਚ ਜਿਹੜੇ 2 ਜਾਣਿਆਂ ਦੀ ਮੌਤ ਹੋਈ ਹੈ, ਉਹਨਾਂ ਦੇ ਨਾਮ ਪੁਲਿਸ ਵੱਲੋਂ ਅਜੇ ਜਨਤਕ ਨਹੀਂ ਕੀਤੇ ਗਏ। ਜਿਸ ਜਗ੍ਹਾ ਦੇ ਉੱਪਰ ਇਹ ਹਾਦਸਾ ਵਾਪਰਿਆ, ਜਾਂਚ ਪੜਤਾਲ ਦੌਰਾਨ ਇਸ ਰਸਤੇ ਨੂੰ ਕੁਝ ਸਮੇਂ ਦੇ ਲਈ ਬੰਦ ਰੱਖਿਆ ਗਿਆ। ਫਿਲਹਾਲ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਹਾਦਸੇ ਦਾ ਕੀ ਕਾਰਨ ਸੀ। ਇਸ ਬਾਰੇ ਅਜੇ ਬਾਕੀ ਦੀ ਜਾਣਕਾਰੀ ਜਾਣੀ ਪੂਰੀ ਡਿਟੇਲ ਸਾਂਝੀ ਨਹੀਂ ਕੀਤੀ ਗਈ। ਮੈਨੀਟੋਬਾ ਵੱਲੋਂ ਵੈਕਸੀਨੇਸ਼ਨ ਪਾਸਪੋਰਟ ਸਿਸਟਮ ਸੰਬੰਧੀ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਇਸ ਸਿਸਟਮ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋਣ ਜਾ ਰਹੀ ਹੈ। ਜਾਣਕਾਰੀ ਇਸ ਖਬਰ ਦੇ ਵਿੱਚ ਦੇਵਾਂਗੇ ਕਿ ਕਿਹੜੀਆਂ ਥਾਵਾਂ ਦੇ ਉੱਪਰ ਤੁਹਾਡੇ ਤੋਂ ਪ੍ਰੂਫ ਆਫ ਵੈਕਸੀਨੇਸ਼ਨ ਮੰਗਿਆ ਜਾ ਸਕਦਾ ਹੈ, ਪਰ ਨਾਲ ਹੀ ਦੱਸ ਦਈਏ ਕਿ ਮੌਜੂਦਾ ਸਥਿਤੀ ਨੂੰ ਦੇਖਦਿਆਂ ਮੈਨੀਟੋਬਾ ਵੱਲੋਂ ਸਖਤੀ ਦਾ ਵੀ ਐਲਾਨ ਕੀਤਾ ਗਿਆ। ਮੈਨੀਟੋਬਾ ਵੱਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ, ਜਿਸ ਦੇ ਮੁਤਾਬਕ ਮੈਨੀਟੋਬਾ ਦੇ ਵਿੱਚ ਸ਼ੁੱਕਰਵਾਰ ਤੋਂ ਨਵੇਂ ਪਬਲਿਕ ਹੈਲਥ ਆਰਡਰਸ ਲਾਗੂ ਹੋਣ ਜਾ ਰਹੇ ਨੇ। ਇਹਨਾਂ ਨਵੇਂ ਆਰਡਰਸ ਦੇ ਵਿੱਚ ਵੈਕਸੀਨ ਰਿਕੁਆਇਰਮੈਂਟ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਮੈਨੀਟੋਬਾ ਦੇ ਵਿੱਚ ਹੁਣ ਕੁਝ ਥਾਵਾਂ ਦੇ ਉੱਪਰ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਪ੍ਰੂਫ ਦਿਖਾਉਣਾ ਜ਼ਰੂਰੀ ਹੋਵੇਗਾ। ਮੈਨੀਟੋਬਾ ਦੇ ਵਿੱਚ ਜਿਨ੍ਹਾਂ ਥਾਵਾਂ ਦੇ ਉੱਪਰ ਵੈਕਸੀਨੇਸ਼ਨ ਰਿਕੁਆਇਰਮੈਂਟ ਹੋਵੇਗੀ, ਇਸ ਦੀ ਲਿਸਟ ਵੀ ਉਹਨਾਂ ਵੱਲੋਂ ਜਾਰੀ ਕੀਤੀ ਗਈ ਹੈ। ਜਾਣਕਾਰੀ ਦੇ ਲਈ ਦੱਸ ਦਈਏ ਕਿ ਇਸ ਦੀ ਸ਼ੁਰੂਆਤ ਸਤੰਬਰ 3 ਤੋਂ ਹੋਣ ਜਾ ਰਹੀ ਹੈ, ਜਿਸ ਦਾ ਮਤਲਬ ਹੈ ਕਿ ਇਹਨਾਂ ਥਾਵਾਂ ਦੇ ਉੱਪਰ ਹੁਣ ਮੈਨੀਟੋਬਾ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦਾ ਪ੍ਰੂਫ ਦਿਖਾਉਣਾ ਹੋਵੇਗਾ। ਜੀ ਹਾਂ, ਇੰਡੋਰ ਥੀਏਟਰ, ਡਾਂਸ, ਰੈਸਟੋਰੈਂਟ, ਨਾਈਟ ਕਲੱਬਸ, ਕਸੀਨੋ, ਬਿੰਗੋ ਹਾਲਸ, ਮੂਵੀ ਥੀਏਟਰਸ, ਫਿਟਨੈਸ ਸੈਂਟਰਸ, ਜਿਮਸ, ਇੰਡੋਰ ਸਪੋਰਟਿੰਗ ਅਤੇ ਰੀਕ੍ਰੀਏਸ਼ਨਲ ਫੈਸਿਲਿਟੀਜ਼, ਆਰਗੇਨਾਈਜ਼ਡ ਇੰਡੋਰ ਗਰੁੱਪ ਰੀਕ੍ਰੀਏਸ਼ਨਲ ਕਲਾਸਿਸ ਅਤੇ ਐਕਟੀਵਿਟੀਜ਼, ਇਹਨਾਂ तमाम ਥਾਵਾਂ ਦੇ ਉੱਪਰ ਜਾਣ ਦੇ ਲਈ ਹੁਣ ਮੈਨੀਟੋਬਾ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦਾ ਪ੍ਰੂਫ ਦਿਖਾਉਣਾ ਹੋਵੇਗਾ, ਜਿਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਇਹਨਾਂ ਥਾਵਾਂ ਦੇ ਉੱਪਰ ਜਾਣਾ ਹੈ ਤਾਂ ਤੁਹਾਡੇ ਕੋਵਿਡ-19 ਵੈਕਸੀਨ ਦੇ 2 ਡੋਜ਼ ਲੱਗੇ ਹੋਣੇ ਚਾਹੀਦੇ ਨੇ। ਇਸ ਦੇ ਨਾਲ ਹੀ ਪ੍ਰੋਵਿੰਸ ਦੇ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਿਹੜੇ ਬੱਚੇ ਕੋਵਿਡ-19 ਵੈਕਸੀਨ ਦੇ ਲਈ ਐਲੀਜੀਬਲ ਨਹੀਂ ਹਨ, ਉਹ ਵੀ ਇਸ ਇਵੈਂਟ ਦੇ ਵਿੱਚ ਸ਼ਾਮਿਲ ਹੋ ਸਕਣਗੇ। ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਮੈਨੀਟੋਬਾ ਵੱਲੋਂ ਕੁਝ ਸਖਤੀਆਂ ਦਾ ਵੀ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਆਊਟਡੋਰ ਵੈਡਿੰਗਸ, ਫਿਨਰਲ ਦੇ ਵਿੱਚ 500 ਬੰਦਿਆਂ ਦੀ ਲਿਮਿਟ ਲਗਾ ਦਿੱਤੀ ਗਈ ਹੈ। ਮਿਊਜ਼ੀਅਮ ਅਤੇ ਗੈਲਰੀਜ਼ ਦੇ ਵਿੱਚ ਵੀ ਪ੍ਰੂਫ ਆਫ ਵੈਕਸੀਨੇਸ਼ਨ ਮੰਨਿਆ ਜਾਵੇਗਾ। ਸਤੰਬਰ 7 ਤੋਂ ਫੂਡ ਕੋਰਟਸ ਦੇ ਵਿੱਚ ਵੀ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਪ੍ਰੂਫ ਦਿਖਾਉਣਾ ਜ਼ਰੂਰੀ ਹੋਵੇਗਾ। ਪ੍ਰੋਵਿੰਸ ਦੇ ਵੱਲੋਂ ਜੋ ਪਹਿਲਾਂ ਗੈਦਰਿੰਗ ਦੇ ਵਿੱਚ 1500 ਬੰਦਿਆਂ ਨੂੰ ਇਕੱਠ ਦੀ ਇਜਾਜ਼ਤ ਦਿੱਤੀ ਗਈ ਸੀ, ਹੁਣ ਇਸ ਨੂੰ ਘਟਾ ਕੇ ਆਊਟਡੋਰ ਗੈਦਰਿੰਗ 500 ਬੰਦਿਆਂ ਦੇ ਵਿਚਕਾਰ ਹੀ ਕਰ ਦਿੱਤੀ ਗਈ ਹੈ। ਫਿਲਹਾਲ ਪ੍ਰੋਵਿੰਸ ਦੇ ਵੱਲੋਂ ਇੰਡੋਰ ਗੈਦਰਿੰਗ ਲਿਮਿਟਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਨੇ। ਕੈਨੇਡਾ ਦੇ ਕਿਸ ਸੂਬੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਇਹਨਾਂ ਸੂਬਿਆਂ ਦੇ ਵਿੱਚ ਕੀ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ ਨੇ, ਜਾਣਕਾਰੀ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 865 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਅਤੇ 14 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਹਨ। ਇਸ ਪ੍ਰੋਵਿੰਸ ਦੇ ਵਿੱਚ ਹੁਣ ਤੱਕ 5,67,071 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪ੍ਰੋਵਿੰਸ ਦੇ ਵਿੱਚ ਜਿਹੜੇ 24 ਘੰਟਿਆਂ ਦੌਰਾਨ ਮਾਮਲੇ ਸਾਹਮਣੇ ਆਏ, ਇਹਨਾਂ ਦੇ ਵਿੱਚ 540 ਅਨਵੈਕਸੀਨੇਟਡ, 88 ਪਾਰਸ਼ਲੀ ਵੈਕਸੀਨੇਟਡ ਅਤੇ 173 ਫੁੱਲੀ ਵੈਕਸੀਨੇਟਡ ਸ਼ਾਮਲ ਹਨ। ਜਾਣਕਾਰੀ ਦੇ ਮੁਤਾਬਕ ਟੋਰਾਂਟੋ ਤੋਂ 175, ਪੀਲ ਰੀਜਨ ਤੋਂ 104, ਯਾਰਕ ਰੀਜਨ ਤੋਂ 91, ਹੈਮਿਲਟਨ ਤੋਂ 79, ਵਿੰਡਸਰ ਤੋਂ 48, ਨਾਇਗਰਾ ਤੋਂ 33 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 9,530 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਜਾਣਕਾਰੀ ਦੇ ਮੁਤਾਬਕ ਹਸਪਤਾਲ ਦੇ ਵਿੱਚ 320 ਮਰੀਜ਼ ਹਨ। ਇਸ ਸੂਬੇ ਦੇ ਵਿੱਚ ਐਕਟਿਵ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ 6,031 ਹੈ, ਜਦਕਿ ਓਨਟਾਰੀਓ ਦੇ ਵਿੱਚ 5,51,510 ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 699 ਮਾਮਲੇ ਸਾਹਮਣੇ ਆਏ ਅਤੇ ਇਹਨਾਂ 24 ਘੰਟਿਆਂ ਦੌਰਾਨ ਇੱਕ ਜਾਨ ਇਸ ਵਾਇਰਸ ਦੇ ਕਾਰਨ ਗਈ ਹੈ। ਇਸ ਪ੍ਰੋਵਿੰਸ ਦੇ ਵਿੱਚ ਹੁਣ ਤੱਕ 3,90,613 ਦੇ ਕਰੀਬ ਕੁੱਲ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ।
11,299 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 138 ਹੈ, ਜਿਨ੍ਹਾਂ ਵਿੱਚੋਂ 42 ਇੰਟੈਂਸਿਵ ਕੇਅਰ ਅਧੀਨ ਹਨ। ਜਾਣਕਾਰੀ ਦੇ ਮੁਤਾਬਕ ਪ੍ਰੋਵਿੰਸ ਦੇ ਵਿੱਚ 86% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 79% ਆਬਾਦੀ ਨੇ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਹਾਸਲ ਕੀਤੀਆਂ ਹਨ। ਕੈਨੇਡਾ ਤੋਂ ਹੁਣ ਤੱਕ 1.5 ਮਿਲੀਅਨ ਤੋਂ ਵੱਧ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 26,977 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 1.4 ਮਿਲੀਅਨ ਤੋਂ ਵੱਧ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਨਸ਼ੇ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਮਿਲੀ ਕਾਮਯਾਬੀ, $300 ਮਿਲੀਅਨ ਦਾ ਨਸ਼ਾ ਬਰਾਮਦ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਐਲਾਨ, ਨਵੇਂ ਪ੍ਰੋਗਰਾਮ ਦੀ ਕੀਤੀ ਜਾ ਰਹੀ ਹੈ ਸ਼ੁਰੂਆਤ। ਜਗਮੀਤ ਸਿੰਘ ਦਾ ਟਰੱਕ ਹੋਇਆ ਖਰਾਬ, ਟਰੱਕ ਦਾ ਰਸਤੇ ਦੇ ਵਿੱਚ ਉਤਰਿਆ ਟਾਇਰ। ਅੱਜ ਹੋਵੇਗੀ ਚੋਣਾਂ ਸੰਬੰਧੀ ਪਹਿਲੀ ਡਿਬੇਟ, ਲੀਡਰ ਨਜ਼ਰ ਆਉਣਗੇ ਆਮੋ ਸਾਹਮਣੇ। ਜਾਣੋ ਕੀ ਹਨ ਪਾਰਟੀਆਂ ਦੀ ਸਥਿਤੀ, ਤਾਜ਼ਾ ਪੋਲ ਆਇਆ ਸਾਹਮਣੇ। ontario ਦੇ ਵਿੱਚ ਵਧੀ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ, ਸੂਬੇ ਦੇ ਵੈਕਸੀਨ ਪਾਸਪੋਰਟ ਦਾ ਐਲਾਨ ਬਾਅਦ ਹੋਈ ਬੁਕਿੰਗ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।